ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਇਲਾਹੀ ਦਰਗਾਹੀ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀ ਅਸੀਂ ਹੁਣੇ ਇਲਾਹੀ ਸੱਦ ਸਰਵਣ ਕੀਤੀ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਇੱਕ ਓੰਕਾਰ ਉਹ ਪਰਮੇਸ਼ਵਰ ਇੱਕ ਹੈ, ਅਦੁੱਤੀ ਹੈ, ਪਰਮੇਸ਼ਵਰ ਵਰਗਾ ਕੋਈ ਵੀ ਨਹੀਂ। ਤੇ ਸਾਰੇ ਜੀਵਾਂ ਦੀ ਰੋਜੀ ਦੀ ਤਾਰ ਉਸ ਪਰਮੇਸ਼ਵਰ ਦੇ ਹੱਥ ਵਿੱਚ ਹੈ। ਇੱਕ ਓੰਕਾਰ, ਇੱਕ ਹੋਣ ਦੇ ਬਾਵਜੂਦ ਉਹ ਅਨੇਕਤਾ ਦੇ ਵਿੱਚ ਪਸਰਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਨੇ ਅੱਗੇ ਬਖਸ਼ਿਸ਼ ਕੀਤੀ ਕਿ ਸਾਡੀ ਮੰਜ਼ਿਲ ਇੱਕ ਪਰਮੇਸ਼ਵਰ ਤੱਕ ਪਹੁੰਚਣਾ ਹੈ। ਤੇ ਅੱਗੇ ਪਰਮੇਸ਼ਵਰ ਦੇ ਰੱਬੀ ਗੁਣ ਬਿਆਨ ਕੀਤੇ। ਸਤਿਨਾਮ, ਉਸ ਪਰਮੇਸ਼ਵਰ ਦਾ ਨਾਮ ਸੱਚਾ ਹੈ ਤੇ ਮਨੁੱਖ ਆਪਣੇ ਨਾਮ ਨੂੰ ਸੱਚਾ ਜਾਣਦਾ ਹੈ। ਤੇ ਜਿਸ ਵੇਲੇ ਮਨੁੱਖ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਅਰਥੀ ਉੱਤੇ ਪਾ ਕੇ ਸ਼ਬਦ ਵਰਤਿਆ ਜਾਂਦਾ ਹੈ, ਰਾਮ ਨਾਮ ਸਤ ਹੈ। ਭਾਵ ਪਰਮੇਸ਼ਵਰ ਦਾ ਨਾਮ ਹੀ ਸੱਚ ਹੈ, ਇਹ ਬੰਦਿਆ ਤੇਰਾ ਨਾਮ ਝੂਠ ਹੈ। ਅੱਗੇ ਕਿਰਪਾ ਕੀਤੀ ਕਰਤਾ ਪੁਰਖ, ਉਹ ਪਰਮੇਸ਼ਵਰ ਜੋ ਵੀ ਵਸਤੂ ਬਣਾਉਂਦਾ ਹੈ, ਜੋ ਵੀ ਕ੍ਰੀਏਟ ਕਰਦਾ ਹੈ, ਉਹਦੇ ਵਿੱਚ ਸਮਾ ਜਾਂਦਾ ਹੈ। ਉਹ ਕਰਤਾ ਵੀ ਹੈ, ਪੁਰਖ ਵੀ ਹੈ। ਪੁਰੀ ਬਸੰਤਾ ਐਸਾ ਪੁਰਖਾ। ਜਿਸ ਤਰ੍ਹਾਂ ਕਿਸੇ ਨੇ ਸੋਨਾ ਬਣਾਇਆ ਕਿਸੇ ਨੇ, ਤਰਾਸ਼ਿਆ ਕਿਸੇ ਨੇ, ਵੇਚਿਆ ਕਿਸੇ ਨੇ, ਲਿਆ ਕਿਸੇ ਨੇ, ਪਾਇਆ ਕਿਸੇ ਨੇ। ਜੋ ਸੁਨਿਆਰ ਹੈ ਉਹ ਕਰਤਾ ਹੋ ਸਕਦਾ ਹੈ ਪਰ ਪੁਰਖ ਨਹੀਂ ਹੋ ਸਕਦਾ, ਉਹ ਸੋਨੇ ਵਿੱਚ ਸਮਾ ਨਹੀਂ ਸਕਦਾ। ਪਰਮੇਸ਼ਵਰ ਨੇ ਜੋ ਵੀ ਸ੍ਰਿਸ਼ਟੀ ਵਿੱਚ ਪੈਦਾ ਕੀਤਾ, ਪਰਮੇਸ਼ਵਰ ਉਹਦੇ ਵਿੱਚ ਸਮਾ ਗਿਆ। ਇਸ ਕਰਕੇ ਉਹ ਕਰਤਾ ਪੁਰਖ ਹੈ। ਅੱਗੇ ਸ਼ਬਦ ਵਰਤਿਆ ਨਿਰਭਉ, ਪਰਮੇਸ਼ਵਰ ਕਿਸੇ ਦਾ ਵੀ ਭਉ ਨਹੀਂ ਰੱਖਦਾ, ਉਹ ਨਿਡਰ ਹੈ। ਡਰ ਹਮੇਸ਼ਾ ਉੱਚੇ ਦਾ ਹੁੰਦਾ ਹੈ ਤੇ ਪਰਮੇਸ਼ਵਰ ਤੋਂ ਉੱਚਾ ਕੋਈ ਹੈ ਹੀ ਨਹੀਂ। ਨਿਰਵੈਰ, ਪਰਮੇਸ਼ਵਰ ਦਾ ਕਿਸੇ ਨਾਲ ਵੈਰ ਵੀ ਕੋਈ ਨਹੀਂ। ਵੈਰ ਹੋਵੇਗਾ ਤਾਂ ਜੇ ਕੋਈ ਬਰਾਬਰ ਦਾ ਹੋਵੇਗਾ, ਜਾਂ ਫਿਰ ਕਿਸੇ ਵਿੱਚ ਤਾਕਤ ਹੋਵੇ ਕਿ ਪਰਮੇਸ਼ਵਰ ਉੱਤੇ ਚੜ੍ਹਾਈ ਕਰਕੇ ਆ ਸਕੇ। ਇਸ ਕਰਕੇ ਪਰਮੇਸ਼ਵਰ ਉੱਤੇ ਨਾ ਕੋਈ ਚੜ੍ਹਾਈ ਕਰ ਸਕਦਾ ਹੈ ਤੇ ਨਾ ਹੀ ਪਰਮੇਸ਼ਵਰ ਦੇ ਬਰਾਬਰ ਦਾ ਹੈ। ਇਸ ਕਰਕੇ ਉਹ ਨਿਰਵੈਰ ਹੈ। ਅੱਗੇ ਬਖਸ਼ਿਸ਼ ਕੀਤੀ ਅਕਾਲ ਮੂਰਤ, ਪਰਮੇਸ਼ਵਰ ਦਾ ਅਸਲ ਸਵਰੂਪ ਉਸ ਸਮੇਂ ਤੋਂ ਪਰੇ ਹੈ। ਸਮੇਂ ਤੋਂ ਪਰੇ ਦਾ ਅਰਥ ਇਹ ਹੈ, ਜਿਸ ਵੇਲੇ ਅਸੀਂ ਸਿਮਰਨ ਵਿੱਚ ਜੁੜਾਂਗੇ ਤੇ ਪਰਮੇਸ਼ਵਰ ਦਾ ਪ੍ਰਕਾਸ਼ ਜਿਸ ਵੇਲੇ ਸਾਨੂੰ ਦਿਸਦਾ ਹੈ, ਉਹ ਪ੍ਰਕਾਸ਼ ਸਾਨੂੰ ਸਮੇਂ ਦੀ ਕੈਦ ਵਿੱਚੋਂ ਕੱਢ ਲੈਂਦਾ ਹੈ। ਉਹ ਸਮੇਂ ਤੋਂ ਪਾਸੇ ਹੈ, ਸਮੇਂ ਤੋਂ ਪਰੇ ਹੈ, ਅਜੂਨੀ। ਪਰਮੇਸ਼ਵਰ ਜੂਨਾ ਵਿੱਚ ਨਹੀਂ ਹੁੰਦਾ। ਸਹਿਭੰਗ, ਪਰਮੇਸ਼ਵਰ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ। ਪਰਮੇਸ਼ਵਰ ਦੇ ਮਾਤਾ ਪਿਤਾ ਜੀ ਨਹੀਂ ਹਨ, ਨਾ ਚਾਚਾ ਤਾਇਆ ਭੂਆ ਫੁੱਫੜ, ਕੋਈ ਵੀ ਰਿਸ਼ਤੇਦਾਰ ਨਹੀਂ ਹੈ। ਅੱਗੇ ਬਖਸ਼ਿਸ਼ ਕੀਤੀ ਗੁਰ ਪ੍ਰਸਾਦ, ਐਸੇ ਪਰਮੇਸ਼ਵਰ ਦੀ ਪ੍ਰਾਪਤੀ ਹੋਵੇਗੀ ਤਾਂ ਜੇ ਤੇਰੇ ਸਿਰ ਉੱਤੇ ਪੂਰਨ ਗੁਰੂ ਦਾ ਹੱਥ ਹੋਏਗਾ। ਪੂਰੇ ਗੁਰੂ ਦੀ ਕਿਰਪਾ ਸਦਕਾ ਤੈਨੂੰ ਇੱਕ ਪਰਮੇਸ਼ਵਰ ਦੀ ਪ੍ਰਾਪਤੀ ਹੋਏਗੀ। ਹੁਣ ਇਹ ਸਾਰੇ ਜੋ ਅਸੀਂ ਸ਼ਬਦ ਹੁਣੇ ਸਰਵਣ ਕੀਤੇ, ਇਹ ਮਨੁੱਖ ਦੇ ਆਤਮਿਕ ਜੀਵਨ ਵਿੱਚੋਂ ਪ੍ਰਗਟ ਹੋਣ ਵਾਲੀਆਂ ਅਵਸਥਾਵਾਂ ਹਨ। ਇਹ ਸਾਡਾ ਅਸਲ ਸਵਰੂਪ ਹੈ। ਪਰਮੇਸ਼ਵਰ ਦੇ ਰੱਬੀ ਗੁਣ ਤੇ ਪਰਤ ਕੇ ਇੱਕ ਐਸਾ ਸਮਾਂ ਆਉਂਦਾ ਹੈ ਜਿਸ ਵੇਲੇ ਪਤਾ ਲੱਗਦਾ ਹੈ ਅਸਲ ਵਿੱਚ ਜੋ ਸਾਡੀ ਹੋਂਦ ਹੈ, ਜਿਸ ਨੂੰ ਆਤਮਾ ਕਹਿੰਦੇ ਨੇ, ਉਹ ਪਰਮ ਆਤਮਾ ਦਾ ਅੰਸ਼ ਹੈ। ਪਰਮ ਆਤਮਾ ਦੀ ਇੰਝ ਕਹਿ ਲਓ ਜਿਵੇਂ ਇੱਕ ਸਾਗਰ ਦੀ ਇੱਕ ਬੂੰਦ ਹੈ, ਇਸੇ ਤਰ੍ਹਾਂ ਸਾਡੀ ਹੈ ਆਤਮਾ ਤੇ ਉਹ ਹੈ ਪਰਮ ਆਤਮਾ, ਭਾਵ ਕਿ ਪਰਮਾਤਮਾ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਤ ਪਰ ਮਿਟੈ ਨਾ ਮੰਸ। ਤੇ ਜਿਉਂ ਅਸੀਂ ਸਿਮਰਨ ਵਿੱਚ ਲੀਨ ਹੁੰਦੇ ਹਾਂ, ਤਿਉਂ ਸਾਡੇ ਅੰਦਰ ਇਹ ਰੱਬੀ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਜੀਵਨ ਵਾਲਿਆਂ ਨੂੰ ਸਮਝ ਲੱਗੇਗੀ। ਬੁੱਧੀ ਦੇ ਤਲ ਤੇ ਜੋ
ਇਸ ਭਾਵਨਾ ਵਾਲੇ ਸ਼ਬਦਾਂ ਨੂੰ ਸੁਣਨਗੇ ਉਹਨਾਂ ਨੂੰ ਲੱਗੇਗਾ ਕਿ ਇਹ ਕਿਹੋ ਜਿਹੀਆਂ ਗੱਲਾਂ ਨੇ। ਸਮਾਂ ਆਉਂਦਾ ਹੈ, ਇੰਝ ਲੱਗਦਾ ਹੈ ਕਿ ਜਿਸ ਨੂੰ ਮੈਂ ਬਾਹਰੋਂ ਆਵਾਜ਼ਾਂ ਮਾਰਦਾ ਸੀ ਉਹ ਤੇ ਅੰਦਰ ਹੀ ਬੈਠਾ। ਉਹ ਕੌਣ? ਉਹ ਤੇ ਮੈਂ ਖੁਦ ਹੀ ਹਾਂ, ਕਿਉਂਕਿ ਅੰਸ਼ ਜੋ ਸਾਡੇ ਅੰਦਰ ਵਰਤ ਰਹੀ ਹੈ ਪਰਮੇਸ਼ਵਰ ਦੀ, ਤੇ ਜਿੰਨੀ ਤਾਕਤ ਪਰਮੇਸ਼ਵਰ ਵਿੱਚ ਉਨੀ ਸ਼ਕਤੀ ਹੀ ਅੰਸ਼ ਵਿੱਚੋਂ ਪ੍ਰਗਟ ਹੋ ਜਾਂਦੀ ਹੈ। ਪਰਮੇਸ਼ਵਰ ਪ੍ਰਗਟ ਹੋ ਜਾਂਦਾ ਹੈ। ਫਿਰ ਪਤਾ ਲੱਗਦਾ ਹੈ ਕਿ ਜੋ ਇਹ ਪ੍ਰਕਾਸ਼ ਹੈ ਇਹ ਹੀ ਸਤਿਨਾਮ ਹੈ। ਫਿਰ ਕਰਤਾ ਪੁਰਖ, ਫਿਰ ਆਪਣਾ ਆਪ ਸਾਨੂੰ ਸਾਰਿਆਂ ਵਿੱਚ ਸਮਾਇਆ ਹੋਇਆ ਦਿਸਦਾ ਹੈ। ਫਿਰ ਕਿਸੇ ਜੀਵ ਨੂੰ ਦੁੱਖ ਪਹੁੰਚੇ, ਇੰਝ ਲੱਗਦਾ ਹੈ ਕਿ ਇਹ ਮੈਨੂੰ ਦੁੱਖ ਪਹੁੰਚਿਆ। ਮਨੁੱਖ ਸਰਵ ਵਿਆਪਕ ਹੋ ਜਾਂਦਾ ਹੈ। ਤੇ ਜਿਸ ਵੇਲੇ ਸਾਨੂੰ ਦੂਜੇ ਦੇ ਵਿੱਚ ਆਪਣਾ ਆਪ ਸਮਾਇਆ ਹੋਇਆ ਦਿਸੇਗਾ, ਦੱਸੋ ਫਿਰ ਅਸੀਂ ਕਿਸੇ ਨੂੰ ਕਿਵੇਂ ਗੁੱਸੇ ਨਾਲ ਬੋਲ ਦਾਂਗੇ? ਜਦੋਂ ਅਸੀਂ ਆਪਣੇ ਆਪ ਨੂੰ ਦੂਜੇ ਦੇ ਵਿੱਚ ਦੇਖਾਂਗੇ ਤੇ ਅਸੀਂ ਕਿਸੇ ਉੱਤੇ ਮੈਲੀ ਨਿਗਾਹ ਕਿਵੇਂ ਕਰ ਸਕਦੇ ਹਾਂ? ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਦੇਖ, ਕੋਈ ਵੀ ਭਿੰਨ ਨਹੀਂ, ਸਾਰੇ ਹੀ ਇੱਕ ਨੇ, ਸਾਰੇ ਹੀ ਇੱਕ ਨੇ। ਫਿਰ ਨਿਰਭਉ ਵਾਲੀ ਅਵਸਥਾ ਆ ਜਾਂਦੀ ਹੈ। ਕਹੋ ਕਬੀਰ ਰਾਮ ਗੁਣ ਗਾਵੋ, ਆਪ ਨਾ ਡਰੋ ਨਾ ਅਵਢ ਰਾਮ। ਫਿਰ ਨਿਰਭਉ ਅਵਸਥਾ ਆ ਜਾਂਦੀ ਅੰਦਰ, ਬੰਦ ਕੱਢਿਆ ਜਾਂਦਾ, ਨਿਰਭਉ ਅਵਸਥਾ। ਫਿਰ ਨਿਰਵੈਰ, ਵੈਰ ਕਿਸੇ ਨਾਲ ਨਹੀਂ। ਤਤੀ ਤਵੀ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਰਾਜਮਾਨ ਨੇ, ਵੈਰ ਕੋਈ ਨਹੀਂ, ਕੋਈ ਜਹਾਂਗੀਰ ਨੂੰ ਸ਼ਰਾਬ ਨਹੀਂ ਦਿੱਤਾ। ਤੇ ਫਿਰ ਪਤਾ ਲੱਗਦਾ ਹੈ ਕਿ ਸਾਡੀ ਜੋ ਅਸਲ ਵਿੱਚ ਹੋਂਦ, ਅਸਲ ਵਿੱਚ ਮੂਰਤ ਹੈ, ਉਹ ਸਮੇਂ ਤੋਂ ਪਰੇ ਹੈ। ਬਾਣੀ ਜਪ ਕੇ ਸਿਮਰਨ ਕਰਕੇ ਪਤਾ ਲੱਗਦਾ ਹੈ, ਉਵੇਂ ਨਹੀਂ ਪਤਾ ਲੱਗਦਾ। ਇਹ ਸੁਣਨ ਸਮਝਣ ਵਾਲੀਆਂ ਬਾਤਾਂ ਨਹੀਂ, ਇਹ ਤਾਂ ਮੰਨਣ ਵਾਲੀਆਂ ਬਾਤਾਂ ਨੇ। ਅਕਾਲ ਮੂਰਤ, ਫਿਰ ਪਤਾ ਲੱਗਦਾ ਅਜੂਨੀ। ਅਸੀਂ ਕਦੀ ਜੂਨਾਂ ਵਿੱਚ ਆਏ ਹੀ ਨਹੀਂ। ਜੋ ਜੂਨਾਂ ਵਿੱਚ ਆਉਂਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਕਰਮਾਂ ਦੇ ਅਧੀਨ ਬੱਝੇ ਹੋਏ, ਵਿਸ਼ੇ ਵਿਕਾਰਾਂ ਦੇ ਨਾਲ ਲਿਪਟੇ ਹੋਏ ਅਸੀਂ ਨਵੇਂ ਸਰੀਰ ਧਾਰਨ ਕੀਤੇ, ਪਰ ਸਾਡਾ ਅਸਲੀ ਸਰੂਪ ਕੀ ਹੈ? ਆਤਮਾ। ਸਾਡਾ ਅਸਲ ਸਰੂਪ ਕੁਝ ਹੋਰ ਹੈ। ਤੇ ਗੁਰੂ ਸਾਨੂੰ ਉਸ ਸਰੂਪ ਦਾ ਹੀ ਗਿਆਨ ਕਰਾਉਂਦਾ ਹੈ ਕਿ ਦੇਖ, ਤੂੰ ਤਾਂ ਕੁਝ ਹੋਰ ਹੈ, ਬਣਿਆ ਕੁਝ ਹੋਰ ਫਿਰਦਾ। ਵਿਸ਼ੇ ਵਿਕਾਰ ਤੇਰੇ ਜੀਵਨ ਦਾ ਹਿੱਸਾ ਨਹੀਂ। ਇਹ ਵਿਸ਼ੇ ਵਿਕਾਰ ਤੇ ਇਹ ਸੰਸਾਰ ਦੀ ਮਾਇਆ ਦੇ ਵਿੱਚੋਂ ਪੈਦਾ ਹੋਏ ਨੇ, ਪਰ ਤੂੰ ਤੇ ਪਰਮੇਸ਼ਵਰ ਵਿੱਚੋਂ ਪੈਦਾ ਹੋਇਆ, ਪੈਦਾ ਪਰਮੇਸ਼ਵਰ ਵਿੱਚੋਂ ਹੋਇਆ। ਤੇ ਹੁਣ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਵੜ ਕੇ ਸੋਚਦਾ ਇੱਥੋਂ ਸੁੱਖ ਮਿਲੇਗਾ। ਕਹਿਣ ਲੱਗੇ ਸੁੱਖ ਨਹੀਂ ਮਿਲਣਾ। ਕਿਉਂ? ਕਿਉਂਕਿ ਸੁੱਖ ਹੈ ਹੀ ਨਹੀਂ। ਵਿਸ਼ੇ ਵਿਕਾਰਾਂ ਦੇ ਵਿੱਚ ਤਾਂ ਸੁੱਖ ਮਿਲੇ ਜੇ ਤੂੰ ਵਿਸ਼ੇ ਵਿਕਾਰਾਂ ਵਿੱਚੋਂ ਪੈਦਾ ਹੋਵੇਂ। ਵਿਸ਼ੇ ਵਿਕਾਰਾਂ ਵਿੱਚੋਂ ਤੇ ਪੈਦਾ ਆਪਾਂ ਹੋਏ ਹੀ ਨਹੀਂ। ਮਹਾਰਾਜ ਜੀ ਕਹਿੰਦੇ ਨੇ ਇੱਕ ਬਾਤ ਬੜੀ ਕਮਾਲ ਦੀ ਹੈ, ਤੂੰ ਜੂਨਾਂ ਵਿੱਚ ਬੜਾ ਭਟਕਿਆ, ਪਰ ਅਸਲ ਵਿੱਚ ਤੂੰ ਅਜੂਨੀ ਹੈ, ਤੇਰੀ ਜੂਨ ਕੋਈ ਨਹੀਂ ਹੈ। ਤੇ ਅਸੀਂ ਹੁਣ ਸੋਚਦੇ ਹਾਂ ਅਸੀਂ ਮਨੁੱਖ ਹਾਂ, ਇਹ ਵੀ ਸਾਡਾ ਭਰਮ ਭੁਲੇਖਾ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਫਿਰ ਕਹਿਣ ਲੱਗੇ ਅਜੂਨੀ, ਪਰਮੇਸ਼ਵਰ ਜੂਨਾਂ ਤੋਂ ਰਹਿਤ, ਅਸੀਂ ਵੀ ਜੂਨਾਂ ਤੋਂ ਰਹਿਤ ਹਾਂ। ਸਹਿ ਭੰਗ, ਸਾਡਾ ਪ੍ਰਕਾਸ਼ ਪਰਮੇਸ਼ਵਰ ਦੇ ਵਿੱਚੋਂ ਹੋਇਆ। ਸਾਡਾ ਕੋਈ ਚਾਚਾ ਤਾਇਆ, ਭੂਆ ਫੁੱਫੜ, ਮਾਮਾ ਮਾਮੀ, ਕੋਈ ਮਾਤਾ ਪਿਤਾ ਨਹੀਂ, ਸਿਰਫ ਇੱਕ ਪਰਮੇਸ਼ਵਰ। ਤੇ ਗੁਰ ਪ੍ਰਸਾਦ, ਜਿਸ ਮਨੁੱਖ ਦਾ ਇਹ ਸੰਸਾਰਕ ਜਾਮਾ ਮਿਲ ਗਿਆ, ਜਿਸ ਮਨੁੱਖ ਦੇ ਕੋਲ ਆ ਗਿਆ, ਸਿਰ ਦੇ ਉੱਤੇ ਗੁਰੂ ਪ੍ਰਗਟ ਹੋ ਗਿਆ, ਫਿਰ ਕਹਿੰਦੇ ਨੇ ਕਿ ਹੁਣ ਇਸ ਮਨੁੱਖ ਨੂੰ ਗੁਰੂ ਦੀ ਕਿਰਪਾ ਦੁਆਰਾ ਇਹ ਸਾਰੇ ਆਤਮਿਕ ਸਵਰੂਪਾਂ ਦੇ ਦਰਸ਼ਨ ਹੋਣਗੇ, ਆਤਮਿਕ ਗੁਣਾਂ ਦਾ ਪ੍ਰਗਟ ਹੋਣਾ ਹੋਏਗਾ ਜੇ ਗੁਰੂ ਮਿਲ ਜਾਏ ਤਾਂ। ਹੁਣ ਗੁਰਪ੍ਰਸਾਦ ਹੈ ਕੀ? ਗੁਰਪ੍ਰਸਾਦ ਉਸ ਵੇਲੇ ਵਰਤਦੀ। ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਗੁਰਪ੍ਰਸਾਦ ਕਿਸ ਵੇਲੇ ਵਰਤਦਾ? ਤੇ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਸਭ ਤੋਂ ਔਖਾ ਆ ਗੁਰੂ ਨਾਨਕ ਦੇ ਘਰ 'ਚ ਆਉਣਾ। ਤੁਸੀਂ ਆ ਗਏ। ਉਸ ਤੋਂ ਵੀ ਔਖਾ ਆ ਸ਼੍ਰੀ ਜਪਜੀ ਸਾਹਿਬ ਦੇ ਦਰਸ਼ਨ ਕਰਨੇ, ਉਹ ਤੁਸੀਂ ਕਰ ਲਏ। ਉਸ ਤੋਂ ਵੀ ਔਖਾ ਆ ਸ਼੍ਰੀ ਜਪਜੀ ਸਾਹਿਬ ਨੂੰ ਕੰਨਾਂ ਨਾਲ ਸਰਵਣ ਕਰਨਾ, ਉਹ ਤੁਸੀਂ ਕਰ ਲਿਆ। ਉਸ ਤੋਂ ਵੀ ਔਖਾ ਆ ਅੰਮ੍ਰਿਤ ਛਕਣਾ, ਤੁਸੀਂ ਅੰਮ੍ਰਿਤ ਵੀ ਛਕ ਲਿਆ। ਉਸ ਤੋਂ ਵੀ ਔਖਾ ਆ ਕਿ ਗੁਰੂ ਹੁਕਮ ਦੇਵੇ, ਗੁਰੂ ਨੇ ਤੁਹਾਨੂੰ ਹੁਕਮ ਦੇ ਦਿੱਤਾ।
ਜਦੋਂ ਅੰਮ੍ਰਿਤ ਛਕ ਲਿਆ, ਗੁਰੂ ਦਾ ਹੁਕਮ ਮਿਲ ਗਿਆ, ਹੁਣ ਜੋ ਵੀ ਤੁਸੀਂ ਗੁਰੂ ਦੇ ਹੁਕਮ ਅਧੀਨ ਕਰੋਗੇ ਸਭ ਗੁਰ ਪ੍ਰਸਾਦ ਹੀ ਹੈ। ਹੁਣ ਤੁਹਾਨੂੰ ਕਿਤੋਂ ਪੁੱਛਣ ਦੀ ਲੋੜ ਨਹੀਂ, ਹੁਣ ਗੁਰੂ ਦੀ ਕਿਰਪਾ ਵਰਤ ਗਈ। ਅੱਗੇ ਕਮੀ ਸਾਡੇ ਵਿੱਚ। ਤੇ ਕਹਿਣ ਲੱਗੇ ਜੋ ਇੱਕ ਓਂਕਾਰ ਹੈ ਸਾਡੀ ਮੰਜ਼ਿਲ ਹੈ, ਉੱਥੋਂ ਤੱਕ ਪਹੁੰਚਣਾ ਆ। ਇਸ ਕਰਕੇ ਹੁਣ ਆਪਾਂ ਇਹ ਕੰਮ ਕਰੀਏ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਜਪ ਐਸੇ ਪਰਮੇਸ਼ਵਰ ਦਾ ਜਾਪ ਕਰ, ਉਹਦਾ ਸਿਮਰਨ ਕਰ, ਉਹਦੀ ਬੰਦਗੀ ਕਰ। ਕਿਸ ਪਰਮੇਸ਼ਵਰ ਦੀ? ਆਦਿ ਸੱਚ, ਜਿਸ ਵੇਲੇ ਕੁਝ ਵੀ ਨਹੀਂ ਸੀ, ਮੁੱਢ ਤੋਂ ਉਹ ਸੱਚ ਸੀ, ਕਦੀ ਮਰਿਆ ਨਹੀਂ, ਸਜੀਵ ਸੀ। ਜੁਗਾਦ ਸੱਚ, ਫਿਰ ਪਰਤ ਕੇ ਜੁਗਾਂ ਦਾ ਨਿਰਮਾਣ ਹੋਇਆ। ਸਤਯੁਗ, ਤ੍ਰੇਤਾ ਯੁਗ, ਦੁਆਪਰ ਯੁਗ, ਕਲ ਯੁਗ, ਯੁਗਾਂ ਵਿੱਚ ਵੀ ਸੱਚ ਹੈ। ਵੀ ਸੱਚ, ਹੁਣ ਵੀ ਸੱਚ ਆ। ਨਾਨਕ ਇੱਥੇ ਵਿਸ਼ਰਾਮ, ਨਾਨਕ ਹੋਸੀ ਵੀ ਸੱਚ। ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਏਗਾ। ਅਸਲ ਵਿੱਚ ਇਹ ਸੱਚੇ ਪਾਤਸ਼ਾਹ ਦੱਸ ਰਹੇ ਨੇ, ਜਪੇਗਾ ਤੇ ਤੈਨੂੰ ਆਪਣਾ ਸਵਰੂਪ ਇੰਜ ਪ੍ਰਤੀਤ ਹੋਏਗਾ, ਕਦੀ ਮਰਿਆ ਹੀ ਨਹੀਂ। ਜੇ ਰੱਬ ਕਦੀ ਨਹੀਂ ਮਰਦਾ, ਜੀਵੈ ਦਾਤਾ ਮਰੈ ਨਾ ਕੋਈ। ਮਹਾਰਾਜ ਜੀ ਕਹਿੰਦੇ ਕੋਈ ਮਰਦਾ ਹੀ ਨਹੀਂ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੇ। ਮਹਾਰਾਜ ਜੀ ਕਹਿੰਦੇ ਨੇ ਤੈਨੂੰ ਪਤਾ ਫੇਰ ਲੱਗਣਾ ਵਾ ਜਪ ਦੇ ਰਾਹੀਂ, ਸਿਮਰਨ ਦੇ ਰਾਹੀਂ, ਕਿ ਮੈਂ ਤੇ ਪਰਮੇਸ਼ਵਰ ਤੋਂ ਕਦੀ ਵਿਛੜਿਆ ਹੀ ਨਹੀਂ। ਥੋੜਾ ਜਿਹਾ ਭੁਲੇਖਾ ਪਿਆ ਸੀ, ਭਰਮ ਪਿਆ ਸੀ। ਪਰਮੇਸ਼ਵਰ ਸਰਵ ਵਿਆਪਕ, ਜਦੋਂ ਅਸੀਂ ਵੀ ਸਰਵ ਵਿਆਪਕ ਹੋ ਜਾਂਦੇ ਹਾਂ, ਫੇਰ ਸਾਡੇ ਹਿਰਦੇ ਦੀ ਮੈਲ ਖਤਮ ਹੋ ਜਾਂਦੀ ਹੈ। ਅੱਗੇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਆਓ ਸ਼ਰਵਣ ਕਰੀਏ।